ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਦਾ ਪ੍ਰਾਈਮ ਟਾਈਮ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਰੁਕ ਕਰਦੇ ਹਾਂ ਪੰਜਾਬ ਦੀ ਕੁਝ ਖਾਸ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਠਾਨਕੋਟ ਦੀ, ਜਿੱਥੇ ਕਿ ਬਾਘ ਦੇ ਆਤੰਕ ਦੇ ਕਾਰਨ ਲੋਕੀ ਪਰੇਸ਼ਾਨ ਹੈ। ਖਾਸ ਕਰ ਪਠਾਨਕੋਟ ਦੇ ਤਾਰ ਇਲਾਕੇ ਦੀ ਗੱਲ ਕਰੀਏ ਤੇ ਕਾਫੀ ਮਸ਼ਹੂਰ ਹੈ ਆਪਣੀ ਖੂਬਸੂਰਤੀ ਨੂੰ ਲੈ ਕੇ, ਲੇਕਿਨ ਇਸ ਸਮੇਂ ਉੱਥੇ ਬਾਘ ਦਾ ਆਤੰਕ ਹੈ। ਪਿਛਲੇ 2 ਮਹੀਨਿਆਂ ਦੇ ਵਿੱਚ 20 ਦੇ ਕਰੀਬ ਜਿਹੜੀ ਬੱਕਰੀਆਂ ਹੈ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਇਹ ਬਾਘ ਲੈ ਚੁੱਕਿਆ ਹੈ, ਕਿਉਂਕਿ ਉੱਥੇ ਮੁੱਖ ਜਿਹੜਾ ਲੋਕਾਂ ਦਾ ਕੰਮ ਹੈ ਉਹ ਬੱਕਰੀਆਂ ਦੇ ਨਾਲ ਸੰਬੰਧਿਤ ਹੈ। ਉਸ ਦੇ ਨਾਲ ਹੀ ਉਹਨਾਂ ਦਾ ਘਰ ਚੱਲਦਾ ਹੈ ਤੇ ਉੱਥੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਇਸ ਚੀਜ਼ ਦਾ ਨਿਵਾਰਨ ਕੀਤਾ ਜਾਵੇ। ਜ਼ਿਲ੍ਹਾ ਪਠਾਨਕੋਟ ਦਾ ਧਾਰ ਇਲਾਕਾ ਜੋ ਆਪਣੀ ਖੂਬਸੂਰਤੀ ਦੇ ਲਈ ਜਾਣਿਆ ਜਾਂਦਾ ਹੈ ਅਤੇ ਹੁਣ ਇਸ ਖੂਬਸੂਰਤੀ ਨੂੰ ਗ੍ਰਹਿਣ ਲੱਗਦਾ ਦਿਖ ਰਿਹਾ ਹੈ। ਜ਼ਿਲ੍ਹਾ ਪਠਾਨਕੋਟ ਦੇ ਇਸ ਇਲਾਕੇ ਵਿੱਚ ਲੋਕੀ ਜ਼ਿਆਦਾਤਰ ਬੱਕਰੀਆਂ ਪਾਲਣ ਦਾ ਕਾਰੋਬਾਰ ਕਰਦੇ ਹਨ ਤੇ ਇਸੇ ਦੇ ਚਲਦੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦੇ ਹਨ। ਪਰ ਪਿਛਲੇ 2 ਮਹੀਨਿਆਂ ਤੋਂ ਇਸ ਇਲਾਕੇ ਵਿੱਚ ਬਾਘ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਕਰੀਬ 20 ਬੱਕਰੀਆਂ ਨੂੰ ਇਹ ਬਾਘ ਆਪਣਾ ਸ਼ਿਕਾਰ ਬਣਾ ਚੁੱਕੇ ਨੇ, ਜਿਸ ਵਜ੍ਹਾ ਤੋਂ ਸਥਾਨਕ ਲੋਕੀ ਖਾਸੇ ਪਰੇਸ਼ਾਨ ਨਜ਼ਰ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਸੰਬੰਧੀ ਉਹਨਾਂ ਵੱਲੋਂ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਲੇਕਿਨ ਇਸ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ, ਜਿਸ ਵਜ੍ਹਾ ਤੋਂ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਬਾਘ ਨੂੰ ਫੜਨ ਦੇ ਲਈ ਜਲਦ ਤੋਂ ਜਲਦ ਪ੍ਰਯਾਸ ਕੀਤੇ ਜਾਣ ਤਾਂ ਜੋ ਉਹਨਾਂ ਦਾ ਹੋਰ ਨੁਕਸਾਨ ਨਾ ਹੋਵੇ। गलबात जनाब इदा है कि ये बाघ आया हुआ 2 महीने हो गए इधर। इन्हें पहले भी काफ़ी नुकसान किया, 8-10 बकरियां पहले भी मारियां। फिर असें एप्लीकेशन सरपंच नूं भी दी, सरपंच नाल जाके इन्हें एप्लीकेशन दिलाई है। एप्लीकेशन 2-3 लिखी दी भी हैगियां, होर भी जंगलात वाले महकमे वाले भी आए। उन्हें कहा कि पिंजरा लाँगे इत्थे, ते अज तक तो ना पिंजरा लग्या तो ना कुछ दिता। तो हुण साडे फिर दोबारा अज ना साडे घट्टो घट्ट कोई 1.5 लाख रुपया नुकसान किया। 8-10 नाग फिर अज मारते ने। तो साढ़े पिंडा लोगों का गरीबों का इो साधन है भेड़ बकरियां रखना। इनके सिरों अं अपने बाल बच्चों पढ़ाने लिखाने, तो इनके सिरों साडा रोजी रोटी का काम चलता है। दूजा फसल बाड़ी तो साढ़े होंदी नहीं, जो बारिश पई तो फसल हो जाती है, नहीं तो फसल वगैरह कुछ नहीं होंदी हैगी। तो की मांग की करते जी? मांग यही है सरकार अगे भी, जां तो छेती तो बाघ का कोई बंदोबस्त किया जाए, जां इनू फड़िया जाए तो जां फिर इनू मारन का कोई बंदोबस्त कर लैन। मंगना सर गलबात की भी ਅੱਜ ਅਸੀਂ ਬੱਕਰੀਆਂ ਆਪਣੀ ਚਰਾਏ ਕਰਦੇ ਸੀ ਤੇ ਇੱਥੇ ਸਾਡੇ ਨਾਲ ਹੀ ਸਾਡਾ ਹੀ ਜੰਗਲ ਹੈਗਾ ਜੀ, ਇੱਥੇ ਚਾਰੇ ਕਰਦਾ ਸੀ ਤੇ ਬਾਘ ਪੈ ਗਿਆ। ਹੁਣ ਆ 4 ਨਾਗ ਦੇ ਮੌਕੇ 'ਤੇ ਜੀ ਮਾਰਤੇ, ਬਾਕੀ ਸਾਨੂੰ ਲੱਭੇ ਨਹੀਂ ਜੰਗਲ 'ਚ ਕਿੱਥੇ ਮਾਰੇ ਕਿੱਥੇ ਨਹੀਂ। ਅੱਜ ਤੋਂ ਮਹੀਨਾ 2 ਮਹੀਨੇ ਪਹਿਲੇ ਆਇਆ ਹੋਇਆ, 8-9 ਨਾਗ ਪਹਿਲੇ ਮਾਰੇ ਜੀ, ਤੇ ਉਦੋਂ ਵੀ ਕਾਰਵਾਈ ਕੋਈ ਨਹੀਂ ਹੋਈ ਤੇ ਹੁਣ ਵੀ ਕੋਈ ਕਾਰਵਾਈ ਨਹੀਂ ਹੋਈ ਜੀ। ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਾਂ ਵੀ ਇਹਨੂੰ ਜਲਦ ਤੋਂ ਜਲਦ ਫੜਿਆ ਜਾਏ ਤੇ जो नुकसान होया जिन्हां दा उन्हां नूं उनदा हरजाना दिता जाए। तो बाकी प्रशासन अगे ही मंग है भी इनूं जल्दी तो जल्दी फड़िया जाए। ਲੁਧਿਆਣਾ ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ ਵਿਖੇ ਬੋਇਲਰ ਫਟ ਗਿਆ। ਇਸ ਧਮਾਕੇ 'ਚ 2 ਮਜ਼ਦੂਰਾਂ ਦੀ ਮੌਤ ਹੋ ਗਈ, 4 ਜ਼ਖਮੀ ਹੋ ਗਏ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਟਰਾਂ 'ਚ ਸੋ ਰਹੇ ਸੀ ਤਾਂ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਫਿਲਹਾਲ ਜਿਹੜਾ ਹੈ ਫੋਰੈਂਸਿਕ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਇਆ ਜਾਵੇਗਾ ਕਿ ਆਖਿਰ ਇਹ ਧਮਾਕਾ ਕਿਸ ਤਰੀਕੇ ਹੋਇਆ ਹੈ। ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ ਵਿਖੇ ਬੋਇਲਰ ਫਟ ਗਿਆ। ਇਸ ਧਮਾਕੇ 'ਚ 2 ਮਜ਼ਦੂਰਾਂ ਦੀ ਮੌਤ ਹੋ ਗਈ, 4 ਜ਼ਖਮੀ ਹੋ ਗਏ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਟਰਾਂ 'ਚ ਸੋ ਰਹੇ ਸੀ ਤਾਂ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ, ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮਜ਼ਦੂਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਿੱਧੂ ਹਸਪਤਾਲ ਤੋਂ ਸੂਚਨਾ ਮਿਲੀ ਕਿ ਸਟੀਲ ਫੈਕਟਰੀ 'ਚ ਬੋਇਲਰ ਫਟ ਗਿਆ। ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚੀ। 2 ਮਜ਼ਦੂਰਾਂ ਨੇ ਲੁਧਿਆਣਾ SPS ਹਸਪਤਾਲ ਜਾ ਕੇ ਦਮ ਤੋੜਿਆ। 4 ਜ਼ਖਮੀ ਹਨ। ਉਹਨਾਂ ਨੇ ਕਿਹਾ ਕਿ ਫੋਰੈਂਸਿਕ ਟੀਮ ਵੀ ਸੱਦੀ ਗਈ ਹੈ, ਸੈਂਪਲ ਲਏ ਜਾਣਗੇ। ਪੁਲਿਸ ਬੰਦੀ ਕਾਰਵਾਈ ਕਰ ਰਹੀ ਹੈ। ਇੱਕ ਅੱਜ ਸਵੇਰੇ ਸਾਡੇ ਕੋਲ ਸਿੱਧੂ ਹਸਪਤਾਲ ਤੋਂ ਮੈਸੇਜ ਆਇਆ ਸੀ ਵੀ ਉੱਥੇ ਜਿਹੜੀ ਗ੍ਰੇਟ ਇੰਡੀਆ ਸਟੀਲ ਮਿਲਜ਼ ਹੈ ਰਾਮਪੁਰ ਰੋਡ ਦਰਾਹਾ, ਵੀ ਉੱਥੇ ਕੋਈ ਬੋਇਲਰ ਫਟ ਗਿਆ ਤੇ ਬਲਾਸਟ ਹੋ ਗਿਆ। ਉਹਦੇ ਚੋਂ 4 ਬੰਦੇ ਜਿਹੜੇ ਇੱਥੇ ਸਿੱਧੂ ਹਸਪਤਾਲ ਦਾਖਲ ਸੀਗੇ ਜੀ, 2 ਬੰਦੇ ਜਿਹੜੇ ਸੀਗੇ ਉਹ ਇਹਨਾਂ ਨੇ ਅਪੋਲੋ ਹਸਪਤਾਲ ਭੇਜ ਦਿੱਤੇ, ਜਿਨ੍ਹਾਂ ਦੀ ਉੱਥੇ ਜਾਣ ਤੋਂ ਬਾਅਦ ਡੈਥ ਹੋ ਚੁੱਕੀ ਹੈ। ਤੇ ਜਿਹੜੇ ਜ਼ਖਮੀ ਨੇ ਜੀ ਬਾਕੀ ਉਹ ਕਿੱਥੇ ਹੈਗੇ ਨੇ ਜੀ? ਉਹ ਸਿੱਧੂ ਹਸਪਤਾਲ ਇੱਥੇ ਦਰਾਹੇ। ਕਿੰਨੇ ਜ਼ਖਮੀ ਨੇ ਜੀ? 4 ਬੰਦੇ ਦਾਖਲ ਹੈ ਜੀ ਇੱਥੇ, ਰਮੇਸ਼ ਕੁਮਾਰ, ਆਸ਼ੀਸ਼ ਕੁਮਾਰ, ਅਨਿਲ ਕੁਮਾਰ ਤੇ ਬਾਬੂ ਰਾਓ। ਕੀ ਪਤਾ ਲੱਗਿਆ ਕਿਹੜੇ ਕਾਰਨਾਂ ਕਰਕੇ ਕੀ ਹੋਇਆ ਜੀ? ਇਹਦੀ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਬੋਇਲਰ ਕਿਉਂ ਫਟਿਆ, ਉਹਦੀ ਮੇਨਟੇਨੈਂਸ ਜਿਹੜੀ ਆ ਕਰਾਈ ਆ ਕਿ ਨਹੀਂ ਕਰਾਈ, ਇਹਨਾਂ ਕੋਲ ਲਾਇਸੈਂਸ ਸੀਗਾ ਕਿ ਨਹੀਂ ਸੀਗਾ, ਉਹ ਸਾਰੀ ਚੀਜ਼ ਜਿਹੜੀ ਅਸੀਂ ਉਹਨੂੰ ਵੈਰੀਫਿਕੇਸ਼ਨ ਕਰ ਰਹੇ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਅਸੀਂ ਉਹਦਾ ਬਿਆਨ ਲਿਖਣ ਗਏ ਹਾਂ। ਸਾਡੇ IO ਸਾਹਿਬ ਜੋ ਬਿਆਨ ਲਿਖਾਉਣਗੇ ਉਹਨਾਂ ਦੇ ਜਿਹੜਾ ਹੈ ਅਸੀਂ FIR ਦਰਜ ਕਰਦੇ ਹਾਂ। ਕੋਈ ਸੈਂਪਲ ਵਗੈਰਾ ਕਲੈਕਟ ਕਰਨ ਲਈ ਕਿਹੜੀ ਟੀਮ ਨੂੰ ਸੂਚਿਤ ਕੀਤਾ ਜੀ? ਉਹ ਅਸੀਂ ਕੀਤਾ ਜੀ, ਸਾਡੀ FSL ਟੀਮ ਆ ਰਹੀ ਹੈ।
ਤੇ ਸਰ ਕੋਈ ਪਤਾ ਲੱਗਿਆ ਇਹਨਾਂ ਦੇ ਸੇਫਟੀ ਪਾਸੋਂ ਕੋਈ ਉੱਥੇ ਫਾਇਰ ਦਾ ਸਿਸਟਮ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਸਾਨੂੰ ਦਿੱਤਾ। ਇਹ ਕਹਿੰਦੇ ਸਾਡੇ ਜਿਹੜੇ ਮੈਨੇਜਰ ਸਾਹਿਬ ਨੇ ਉਹ ਜਿਹੜੀ ਲਾਸ਼ਾਂ ਨੇ ਉਹਨਾਂ ਕੋਲ ਗਏ ਨੇ, ਜਦੋਂ ਆਉਂਦੇ ਨੇ ਅਸੀਂ ਉਹਨਾਂ ਤੋਂ ਸਾਰਾ ਰਿਕਾਰਡ ਲੈ ਕੇ ਦਿੰਦਾ। क्या नाम है आपका? सागर, और कहाँ रहते हो आप? मुजफ्फरनगर। तो जहाँ पर कहाँ रहते हो? यहाँ पर कौन सी रात को क्या हुआ था फैक्ट्री में, आपको कोई क्या सुनाई दिया? रात को एक फॉल्ट वगैरह हुआ था और इसमें इसका मतलब जैसे कि कोई कंप्रेसर वगैरह पटे, इसकी वोल्टेज में मैं थोड़ा हाई थी कि यहाँ पर हमारा कमरा है, यहाँ पर फॉल्ट वगैरह हुआ था तो कमरे की भी वो हमारा आवाज़ अलग हो गई थी, जैसे कि हमारे पास ही कोई पटा हो। कितने बंदे काम कर रहे थे वहाँ पे? यहाँ पर 6-7 आदमी थे। तो कितने बजे की घटना जी? 5 बजे की घटना थी सुबह। तो तब लोग आप मौके पर जाकर क्या देखा, वहाँ पर क्या मंजर था? यहाँ पर सर एक तो धुंध वगैरह थी और बस जो हमें दिखा हमने उठाया, बाहर लाए, जितने आदमी मिले हमें इतने ही तुरंत। तो कितने आदमी वहाँ पर मौके पर ही मर गए थे और कितने घायल हुए? मौके पर सर वैसे तो नहीं, तो कितने आपने मर गए, कितने बंदे अभी? फिलहाल 2, कौन का क्या नाम है उसका? विनय और राहुल। तो आपने किसको बताया फिर? लोग बताया गया सर, फिर तो यहाँ पर आए लुटाया, फिर हमने लेके गए डॉक्टर के पास, फिर रास्ते में होगा जो भी होया होगा। हमारा विकास मिश्रा हुआ। तो क्या हुआ जहाँ पर? यहाँ एक्सीडेंट हुआ है, बॉयलर फटा है, तो उसमें कितने लोग मर गए? 2 लोग मरा हुआ, जख्मी कितने हुए हैं? 4। तो जी किसकी लापरवाही मानते हो आप? लापरवाही तो बॉयलर फटा है, इसमें लापरवाही क्या कहते हैं, वो अकस्मात हुआ है इसमें। तो जो लोग प्रवासी हैं जिनकी मौत हुई है, तो क्या मांग करते हैं? उचित मुआवजा जो होना चाहिए, मुआवजा मिलना चाहिए। तो अभी तक परिवार को आर्थिक मदद चाहिए। सरकार और मालिकों से क्या मांग करते हैं, क्या होना चाहिए परिवार के लिए? सरकार और मालिकों से जो उसका परिवार का मदद हो सकता है उतना मदद क्या कैसा धमाका था वो ब्लास्ट हुआ तब कैसा था मंजर यहाँ पे? वो तो हम नहीं, वो उस टाइम में पॉइंट पे हम नहीं थे। तो ਪੂਰੇ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਦੇਖੀ ਜਾ ਰਹੀ ਹੈ, ਜਿੱਥੇ ਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਲੋਕੀ ਆਪਣਾ ਧਿਆਨ ਰੱਖਣ। ਰੈੱਡ ਅਲਰਟ ਜਾਰੀ ਕੀਤਾ ਗਿਆ 21 ਦਸੰਬਰ ਤੱਕ। ਤੇ ਇਸ ਤੋਂ ਇਲਾਵਾ ਇਹ ਵੀ ਦੱਸ ਦਿੰਦੇ ਹਾਂ ਕਿ ਠੰਡ ਦੀ ਚਪੇਟ 'ਚ ਲੋਕੀ ਲਗਾਤਾਰ ਆਪਣੇ ਆਪ ਨੂੰ ਬਚਾ ਰਹੇ ਨੇ ਤੇ ਦੂਜੇ ਪਾਸੇ ਸੜਕ ਹਾਦਸੇ ਵੀ ਵਾਪਰ ਰਹੇ ਹਨ। ਤੇ ਕਿਹਾ ਗਿਆ ਹੈ ਕਿ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪੁਲਿਸ ਵੱਲੋਂ, ਜਿਸ ਵਿੱਚ ਇੰਡੀਕੇਟਰ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਗਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੰਡੀਕੇਟਰ ਦਾ ਇਸਤੇਮਾਲ ਕੀਤਾ ਜਾਵੇ। ਦੂਜੇ ਪਾਸੇ ਕੁਝ ਹਾਦਸੇ ਵੀ ਹੋ ਰਹੇ ਨੇ, ਜਿੱਥੇ ਫਰੀਦਕੋਟ ਦੇ ਵਿੱਚ ਇੱਕ ਸਕੂਲ ਬੱਸ ਪਲਟ ਗਈ ਤੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਵੀ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਗਈ। ਇਹ ਖਬਰਾਂ ਵੀ ਸਾਹਮਣੇ ਆ ਰਹੀਆਂ। ਉੱਤੇ ਹੀ ਜਿੱਥੇ ਫਲਾਈਟਸ ਉੱਤੇ ਵੀ ਅਸਰ ਪਿਆ ਹੈ ਤੇ ਦੂਜੇ ਪਾਸੇ ਰੇਲ ਗੱਡੀਆਂ ਦੀ ਜਿਹੜੀ ਰਫ਼ਤਾਰ ਹੈ ਉਹ ਵੀ ਹੌਲੀ ਹੋ ਗਈ ਹੈ। ਉੱਤਰ ਭਾਰਤ ਦੇ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਦਿਨ ਬ ਦਿਨ ਵੱਧ ਰਿਹਾ ਹੈ। ਤੇ ਜੇ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ ਵਿੱਚ ਹੈ। ਅੱਜ ਲਗਾਤਾਰ ਦੂਜੇ ਦਿਨ ਗੁਰੂ ਨਗਰੀ ਦੇ ਆਸ-ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਲੋਕਾਂ ਨੂੰ ਸੂਰਜ ਦੇ ਦਰਸ਼ਨ ਵੀ ਨਸੀਬ ਨਹੀਂ ਹੋਏ। ਸੁੰਘਣੀ ਧੁੰਦ ਦੀ ਚਪੇਟ ਚਾਦਰ ਕਾਰਨ ਸੜਕਾਂ ਤੇ ਵਿਜ਼ਿਬਿਲਿਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਲੋਕ ਆਪਣੇ ਵਾਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉੱਥੇ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਨੇ ਤੇ ਠੰਡ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ 'ਚ ਲਪੇਟ ਕੇ ਘਰੋਂ ਨਿਕਲ ਰਹੇ ਹਨ। ਸਕੂਲੀ ਬੱਚੇ ਸਕੂਲ ਜਾਣ ਤੇ ਲੋਕ ਦਫ਼ਤਰ ਜਾਂ ਕੰਮਾਂ ਕਾਰਾਂ ਤੇ ਜਾਣ ਦੇ ਲਈ ਲੇਟ ਹੋ ਰਹੇ ਨੇ। ਕੁਝ ਲੋਕ ਇਸ ਠੰਡ ਦਾ ਚਾਹ ਦੀਆਂ ਚੁਸਕੀਆਂ ਦੇ ਨਾਲ ਆਨੰਦ ਲੈ ਰਹੇ ਨੇ। ਅੱਗ ਬਾਲ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਮੇਰਾ ਨਾਮ ਅਜੀਤ ਸਿੰਘ ਨਵੀਪੁਰੀ ਹੈ ਜੀ, ਤੇ ਮੈਂ ਤਕਰੀਬਨ ਰੋਜ਼ ਸੈਰ ਕਰਨ ਜਾਂਦਾ ਵਾਂ। ਤੇ ਹੁਣ ਦੇ 2-3 ਦਿਨ ਤੋਂ ਪਤਾ ਲੱਗ ਰਿਹਾ ਕਿ ਬਹੁਤ ਜ਼ਿਆਦਾ ਠੰਡ ਧੁੰਦ ਆ ਗਈ ਆ। ਹੁਣ ਤੇ ਹਿੰਮਤ ਨਹੀਂ ਕਿ ਜਾਵੇ। ਅੱਜ ਵੀ ਜਲਦੀ ਗਿਆ ਤੇ ਜਲਦੀ ਮੁੜ ਕੇ ਆ ਗਿਆ ਧੁੰਦ ਨੂੰ ਵੇਖ ਕੇ। ਇਹ ਦਿਲ ਨਹੀਂ ਕਰਦਾ ਕਿ ਕਰੀਏ ਸੈਰ, ਉੱਤੋਂ ਕਿਰਦੀ ਪਈ ਆ, ਕੱਪੜੇ ਭਿੱਜਦੇ ਜਾਂਦੇ ਆ ਤੇ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ। ਇਸ ਕਰਕੇ ਇੱਕਦਮ ਹੀ ਠੰਡ ਆ ਗਈ ਆ ਜਿਹੜੀ ਆ। ਕਿੰਨਾ ਆਪਣਾ ਬਚਾਅ ਕਰਨਾ ਚਾਹੀਦਾ ਧੁੰਦ ਤੋਂ? ਵੇਖੋ ਠੰਡ ਤੋਂ ਤੇ ਜਿੰਨਾ ਵੀ ਆਪਾਂ ਬਚਾਅ ਕਰਨਾ ਹੈ, ਹੁਣ ਜਿਹੜੀ ਉੱਪਰੋਂ ਪੈ ਰਹੀ ਆ ਧੁੰਦ ਉਹਨੇ ਤੇ ਲਿਹਾਜ਼ ਨਹੀਂ ਕਰਨਾ, ਉਹ ਤੇ ਉੱਤੋਂ ਡਿੱਗਣੀ ਹੈ। ਬਾਕੀ ਆ ਵੀ ਜਿੰਨੇ ਕੱਪੜੇ ਆਪਾਂ ਪਾ ਸਕਦੇ ਹਾਂ ਉਹ ਪਾ ਸਕਦੇ ਆ। ਵੇਲੇ ਸਿਰ ਜਾਈਏ, ਲੇਟ ਚੱਲ ਜਾਈਏ, ਥੋੜ੍ਹੇ ਜਿਹੇ ਧੁੱਪ ਜਿਹੜੀ ਤੇ ਚੱਲ ਜਾਈਏ ਤਾਂ ਬਚਾ। ਕਿੰਨੇ ਵਜੇ ਕਰਦੇ ਸੀ ਤੇ ਹੁਣ ਕਿੰਨੇ ਵਜੇ? ਅੱਗੇ 6, 6:30, 5 ਵਜੇ ਨਿਕਲ ਹੀ ਰਹਿੰਦਾ, ਜਿਸ ਤਰ੍ਹਾਂ ਜਾਗ ਆਉਂਦੀ ਉਸ ਤਰ੍ਹਾਂ।
ਪਰ ਹੁਣ ਨਹੀਂ ਹਿੰਮਤ ਪੈਂਦੀ ਵੀ ਐਡੀ ਜਲਦੀ ਜਾਈਏ। ਹੁਣ ਤੇ ਆ 7 7:30 ਪੌਣੇ 8 ਹੀ ਘਰੋਂ ਤੁਰੇ ਆ। ਫਿਰ ਵੇਖਿਆ ਵੀ ਬਹੁਤ ਜਾਣੇ ਘੱਟ ਆਏ ਆ, ਇਸ ਕਰਕੇ ਉੱਥੋਂ ਮੈਂ ਵਾਪਸ ਮੁੜ ਆਇਆ ਵਾਂ ਕਿ ਜਿਹੜੇ ਮਤਲਬ ਕਿ 25% ਵੀ ਨਹੀਂ ਲੋਕ ਹੈਗੇ, ਬਹੁਤ ਜ਼ਿਆਦਾ ਮੁੜ ਆਏ ਆ। ਨੇੜੇ ਨੇੜੇ ਤੋਂ ਵੀ ਕੋਈ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਵੀ ਬੜੀ ਮੁਸ਼ਕਿਲ ਬਣ ਰਹੀ ਆ। ਕੋਈ ਇਹੋ ਜਿਹੀ ਘਟਨਾ ਨਾ ਵਾਪਰ ਜਾਵੇ। ਹੁਣ ਬੀਬੀਆਂ ਵੀ ਜਾਂਦੀਆਂ ਵਾ, ਉਹ ਵੀ ਪਰੇਸ਼ਾਨ ਨੇ ਵੀ ਉਹ ਬਹੁਤ ਮੁਸ਼ਕਿਲ ਆ ਰਹੀ ਆ, ਧੁੰਦ ਕਰਕੇ ਨਜ਼ਰ ਨਹੀਂ ਆ ਰਿਹਾ। ਠੰਡ ਬਹੁਤ ਜ਼ਿਆਦਾ ਪੈ ਰਹੀ ਹੈ, ਜਿਹੜੀ 2-4 ਦਿਨ ਤੋਂ ਕੋਰਾ ਪੈ ਰਿਹਾ ਆ। ਇਹ ਕੋਰੇ ਦੀ ਠੰਡ ਜਿਹੜੀ ਬਹੁਤ ਜ਼ਿਆਦਾ ਠੰਡ ਹੈ, ਉਸ ਕਾਰਨ ਜਿਹੜੇ ਸਾਡੇ ਬੱਚੇ ਆ ਸਕੂਲ ਜਾਣ ਤੋਂ ਵੀ ਜਿਹੜੇ ਆ ਉਹ ਪਹਿਲੀ ਗੱਲ ਤਾਂ ਬਿਸਤਰਾ ਨਹੀਂ ਛੱਡਦੇ ਪਏ, ਔਰ ਅੱਜ ਦੀ ਠੰਡ ਕਰਕੇ ਉਹ ਬਿਲਕੁਲ ਛੁੱਟੀ ਮਾਰ ਕੇ ਹੈ ਜਿਹੜੀ ਅੱਜ ਦੀ ਠੰਡ ਹੈ। ਜਿਸ ਤਰ੍ਹਾਂ ਠੰਡ ਕੋਰਾ ਪੈ ਰਿਹਾ, ਸਕੂਲਾਂ ਨੂੰ ਸਰਕਾਰਾਂ ਨੂੰ ਕੀ ਅਪੀਲ ਕਰਦੇ ਛੁੱਟੀਆਂ ਕਰਨੀਆਂ? ਬਿਲਕੁਲ ਛੁੱਟੀਆਂ ਕਰ ਦੇਣੀਆਂ ਜੀ, ਜਿੰਨੀ ਕੋਰੀ ਠੰਡ ਹੈਗੀ ਜੀ। ਮੈਂ ਕਹਿੰਦਾ ਵੀ ਸਰਕਾਰ ਨੂੰ ਚਾਹੀਦਾ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਦੇਣੀਆਂ ਚਾਹੀਦੀਆਂ ਜਿੰਨਾ ਚਿਰ ਕੋਰਾ ਆ। ਔਰ ਕੋਰੇ ਦੀ ਠੰਡ ਬਿਲਕੁਲ ਬਹੁਤ ਮਾੜੀ ਠੰਡ ਹੁੰਦੀ ਆ, ਜਿੰਨਾ ਸੇਫ ਹੋਵੇ ਉਹਨਾਂ ਚੰਗਾ। ਅੱਗੇ ਕਿੰਨੇ ਵਜੇ ਕੰਮ ਤੇ ਨਿਕਲਦੇ ਸੀ, ਹੁਣ ਕਿਸ ਤਰ੍ਹਾਂ ਨਿਕਲਦੇ? ਅੱਗੇ ਕੰਮ ਤੇ ਜਿੱਦਾਂ ਵੀ ਆਪਾਂ 5:30 ਵਜੇ ਉੱਠ ਕੇ ਕੰਮ ਆਪਣਾ ਕਰ ਲਈਦਾ, ਦੁੱਧ ਦਾ ਕੰਮ ਸਪਲਾਈ ਦਾ ਕਰੀਦਾ ਸੀ। ਲੇਕਿਨ ਹੁਣ ਦੁੱਧ ਦਾ ਕੰਮ ਦੀ ਸਪਲਾਈ ਜਿਹੜੀ ਆਪਾਂ ਕਾਫੀ ਲੇਟ ਕਰ ਰਹੇ ਆ, 2 ਘੰਟੇ ਲੇਟ ਹੋ ਗਈ ਆ। ਕਾਰਨ ਠੰਡ, ਧੁੰਦ ਪੈ ਰਹੀ ਹੈ, ਜਿਹੜੀ ਠੰਡ ਹੈ ਧੁੰਦ ਕਰਕੇ ਆਪਾਂ ਨੂੰ ਅੱਗੇ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਥੋੜ੍ਹਾ ਜਿਹਾ ਆਪਾਂ ਸੋਚਦੇ ਵੀ ਕੋਰਾ ਉਤਰ ਜੇ ਫਿਰ ਚੱਲਾਂਗੇ। ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਨਾਲ ਰਾਜ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਈ ਹਿੱਸਿਆਂ ਦੇ ਵਿੱਚ ਹੁਣ ਲੋਕੀ ਖੁਦ ਬਾਹਰ ਆ ਕੇ ਨਸ਼ੇ ਨੂੰ ਰੋਕਣ ਦੇ ਵਿੱਚ ਲੱਗੇ ਹੋਏ। ਜਿੱਥੇ ਗੱਲ ਕੀਤੀ ਜਾਏ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਥਾਵਾਂ ਦੀ, ਜਿੱਥੇ ਕਿ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਪਿੰਡ ਦੇ ਕੁਝ ਨੌਜਵਾਨਾਂ ਤੇ ਬਜ਼ੁਰਗਾਂ ਨੇ ਮਿਲ ਕੇ ਚਿੱਟਾ ਵਿਰੋਧੀ ਮੰਚ ਦੀ ਸ਼ੁਰੂਆਤ ਕੀਤੀ ਹੈ, ਜਿੱਥੇ ਕਿ ਜਿਹੜੇ ਲੋਕੀ ਨਸ਼ਾ ਕਰ ਰਹੇ ਜਾਂ ਵੇਚ ਰਹੇ ਹੈ ਉਹਨਾਂ ਨੂੰ ਖੁਦ ਪੁਲਿਸ ਵਾਲਿਆਂ ਨੂੰ ਫੜਾਇਆ ਜਾ ਰਿਹਾ ਹੈ। ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਸੂਬੇ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਇਸ ਨਸ਼ੇ ਦੇ ਖਿਲਾਫ ਲੋਕਾਂ ਵੱਲੋਂ ਆਪਣੇ ਆਪ ਤੌਰ ਤੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਹੁਣ ਇਹ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਥਾ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਪਿੰਡ ਦੇ ਕੁਝ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਨਾਲ ਗੱਲ ਕਰਕੇ ਚਿੱਟਾ ਵਿਰੋਧੀ ਮੰਚ ਬਣਾਇਆ। ਉੱਥੇ ਹੀ ਇਸ ਪਿੰਡ ਦੇ ਲੋਕਾਂ ਵੱਲੋਂ ਜੋ ਲੋਕ ਨਸ਼ਾ ਕਰਦੇ ਹੈ ਜਾਂ ਨਸ਼ਾ ਵੇਚਦੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ, ਉਸ ਨੂੰ ਖੁਦ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਅਜਿਹੀ ਕਈ ਵੀਡੀਓ ਵੀ ਸਾਹਮਣੇ ਆਈਆਂ ਨੇ, ਜਿੱਥੇ ਇਸ ਪਿੰਡ ਦੇ ਲੋਕਾਂ ਵੱਲੋਂ ਕੁਝ ਨੌਜਵਾਨਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਮੁੜ ਦੀਨਾਨਗਰ ਪੁਲਿਸ ਹਵਾਲੇ ਕੀਤਾ ਗਿਆ। ਉੱਥੇ ਹੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਇੰਨਾ ਬਦਨਾਮ ਹੋ ਚੁੱਕਿਆ ਹੈ ਕਿ ਵੱਡੇ ਦੁੱਖ ਦੀ ਗੱਲ ਹੈ ਕਿ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿਆਹ ਹੋਣੇ ਵੀ ਔਖੇ ਹੋ ਗਏ ਨੇ। ਲੜਕੀ ਵਾਲੇ ਡਰਦੇ ਹਨ ਅਤੇ ਪਹਿਲਾ ਟੈਸਟ ਕਰਵਾਉਣ ਦੀ ਮੰਗ ਕਰਦੇ ਹਨ। ਇਸ ਦੁੱਖ ਤੋਂ ਇਹ ਨਸ਼ੇ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਇਹ ਫੈਸਲਾ ਲਿੱਤਾ ਗਿਆ ਹੈ ਕਿ ਜੇਕਰ ਕੋਈ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਦੀ ਪਿੰਡ ਵਾਸੀ ਹਿਮਾਇਤ ਕਰਦਾ ਹੈ ਤੇ ਉਸ ਨਾਲ ਸਾਡਾ ਪਿੰਡ ਬॉयਕਾਟ ਕਰੇਗਾ। ਉੱਤੇ ਹੀ ਇਹ ਨਸ਼ੇ ਖਿਲਾਫ ਛੇੜੀ ਇਸ ਮੁਹਿੰਮ ਦੀਆਂ ਪਿੰਡ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ। ਅਸੀਂ ਹਸਪੀਟਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਵੀ ਛਡਾਵਾਂਗੇ, ਕਿਉਂਕਿ ਉਹਨਾਂ ਦੀ ਮਜਬੂਰੀ ਬਣ ਚੁੱਕਿਆ। ਉਹ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹਨਾਂ ਨੂੰ ਅਸੀਂ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ ਤੇ ਸਾਡੇ ਠਾਕਰ ਸਾਹਿਬ ਨੇ ਇੱਕ ਮੁਹਿੰਮ ਜਿਹੜੀ ਚਲਾਈ ਹੈ, ਅਸੀਂ ਸਾਰਾ ਪਿੰਡ ਦੇ ਨਾਲ ਆ। ਸੋ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ, ਹੱਥ ਜੋੜਨ ਦੀ ਜਿਹੜੀ ਵਾਰੀ ਉਹ ਖਤਮ ਹੋ ਗਈ ਹੈ। ਸੋ ਉਹਨਾਂ ਨੂੰ ਵੀ ਸਾਡੀ ਇਹ ਹਦਾਇਤ ਹੈ। ਡੇਲੀ ਤੋਂ ਡੇਲੀ ਜਿਹੜੇ ਬੰਦੇ ਇੱਥੇ ਫੜੇ ਜਾਂਦੇ ਪਏ ਨੇ, 2-3 ਬੰਦੇ ਇਹ ਤੇ ਐਸਐਚਓ ਸਾਹਿਬ ਇਹ ਤਾਂ ਪਰ ਤੁਸੀਂ ਜਿਹੜੇ ਬੰਦੇ ਫੜਾਉਂਦੇ ਹੋ ਤਾਂ ਫਾਲ ਬੈਕ ਵਗੈਰਾ ਲੈਂਦੇ ਹੋ ਕਿ ਪਿੱਛੇ ਜਾ ਕੇ ਕੀ ਇਹਦਾ ਬਣਿਆ ਕਿਦਾਂ? ਪਰਸੋਂ ਵੀ 2 ਬੰਦੇ ਫੜਾਏ ਸੀਗੇ, ਉਹ ਦੋਨੇ ਫਰਾਰ ਹੋ ਗਏ। ਫਿਰ ਕੱਲ ਇੱਕ ਫਿਰ ਉਹਨਾਂ ਨੂੰ ਫੜ ਕੇ ਫਿਰ ਦੁਬਾਰਾ ਦਿੱਤਾ। ਸੋ ਬਾਕੀ ਦੀ ਕਾਰਵਾਈ ਤੇ ਐਸਐਚਓ ਸਾਹਿਬ ਦੱਸਣਗੇ ਵੀ ਪਰਚੇ ਕਿੰਨੇ ਹੋਏ। ਅਮਰੂ ਨੇ ਸਾਰੀ ਯਾਰ ਸਾਰੇ ਵੇਚਦੇ ਆ, ਕਿਹੜਾ ਨਹੀਂ ਵੇਚਦਾ। ਤੁਸੀਂ ਉਹਨਾਂ ਨੂੰ ਫੜੋ ਜਿਹੜੇ ਪੀਂਦੇ ਆ, ਉਹਦੇ ਮਜਬੂਰੀ ਆ ਉਹਨਾਂ ਦੀ। ਤੁਹਾਨੂੰ ਤਾਂ ਦਾਖਲ ਕਰਾਵਾਂਗੇ, ਉਹਦੇ ਪੀਂਦੇ ਆ। ਜੇ ਪਿੱਛੋਂ ਬੰਦ ਦਾਖਲ ਕਰਾਣੇ ਆ ਮਿਲੇਗਾ ਬੰਦਾ। ਮਜਬੂਰੀ ਨਾ ਹੋਣਾ ਪਿਆ ਘਰ ਦਾ ਸਮਾਨ ਤੁਸੀਂ ਨਹੀਂ ਚਾਹੁੰਦੇ ਵੀ ਤੁਸੀਂ ਵੀ ਨਸ਼ਾ ਛੱਡ ਦਿਓ। ਚੀਜ਼ ਨਹੀਂ ਵੇਚੀ ਦੀ ਕਰੋ, ਗੱਲ ਸੁਣੋ ਠੀਕ ਆ। ਤੁਸੀਂ ਨਹੀਂ ਚਾਹੁੰਦੇ ਕਿ 1 ਰੁਪਏ ਦੀ ਚੀਜ਼ ਨਹੀਂ ਵੇਚੀ। ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਨਹੀਂ ਛੱਡਣਾ ਚਾਹੁੰਦੇ? ਛੱਡਣਾ ਚਾਹੁੰਦੇ ਆ ਭਾਜੀ। ਜੇ ਬੰਦ ਹੋ ਜੇ ਤਾਂ ਕੌਣ ਕਰੇ? ਬਿਲਕੁਲ ਬੰਦ ਹੋ ਜੇ ਤਾਂ ਕੌਣ ਕਰੇ? ਇੱਥੋਂ ਬੰਦ ਕਰਾਓ। ਬੰਦ ਕਰਾਉਣ ਵਾਲੇ ਤੁਸੀਂ ਸਾਥ ਦੇਣਾ। ਜੇਕਰ ਤੁਹਾਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਏ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਦਵਾਈ ਵੈਸੇ ਵੀ ਖਾਣ ਡਿਆ ਭਾਜੀ, ਮੈਂ ਲਾਂਦਾ ਨਹੀਂ ਹੈਗਾ। ਰੈਗੂਲਰ ਨਹੀਂ ਮੈਂ ਲਾਂਦਾ, ਮੈਂ ਦਵਾਈ ਖਾਣ ਡਿਆ। ਮੈਂ ਡੇਲੀ ਦਵਾਈ ਖਾਣ ਜਾਂਦਾ ਆ। ਠੀਕ ਹੈ, ਮੈਂ ਰੈਗੂਲਰ ਨਹੀਂ ਲਾਣ ਡਿਆ। ਠੀਕ ਹੈ। ਵੱਡੇ ਪੱਧਰ ਤੇ ਆਈਜੀ ਲੈਵਲ ਤੇ ਐਸਐਸਪੀ ਲੈਵਲ ਤੇ ਜਿਹੜੀਆਂ ਰੇਡਾਂ ਹੁੰਦੀਆਂ ਨਾ ਜੀ, ਇਹ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ, ਖੜੱਪੇ ਹੈਗੇ ਨਾ, ਜਿਹੜੇ ਇਹਨਾਂ ਦੇ ਇਨਫਾਰਮਰ ਹੈਗੇ ਆ, ਇਹਨਾਂ ਨਾਲ ਸਾਂਢ ਗਾਂਢ ਹੈਗੀ ਆ, ਉਹ ਪੁਲਿਸ ਰੇਡ ਤੋਂ ਆ ਕਰਨ ਤੋਂ ਪਹਿਲੇ ਇਹਨਾਂ ਨੂੰ ਕਹਿੰਦੇ ਹੈਗੇ ਵੀ ਅਸੀਂ ਆਉਣ ਲੱਗੇ ਹੈਗੇ ਆ, ਸਾਈਡ ਨੂੰ ਹੋ ਜਾਓ। ਅਗਰ ਉਹ ਕਾਲੀਆਂ ਭੇਡਾਂ ਜਿਹੜੀਆਂ ਉਹ ਸੱਪ ਹੈਗੇ ਨੇ ਮਹਿਕਮੇ ਦੇ ਵਿੱਚ, ਉਹਨਾਂ ਨੂੰ ਨੱਥ ਪਾਤੀ ਜੇ ਹੈਗੇ ਤੇ 90% ਨਸ਼ਾ ਆਪ ਹੀ ਮੁੱਕ ਜਾਂਦਾ।
ਜਿਆਦਾ ਦੇ ਹਿਮਾਇਤੀ ਨਹੀਂ ਰਹਿਣਗੇ, ਇਹਨਾਂ ਦੇ ਸਪੋਰਟਰ ਨਹੀਂ ਰਹਿਣਗੇ, ਇਹਨਾਂ ਦੀ ਕੋਈ ਜ਼ਮਾਨਤ ਦੇਣ ਨਹੀਂ ਜਾਏਗਾ। ਅਸੀਂ ਜਿਹੜਾ ਚਿੱਟਾ ਵਿਰੋਧੀ ਮੰਚ ਬਣਾਇਆ ਪਿੰਡ ਦੇ ਵਿੱਚ, ਅਸੀਂ ਉਹਦੇ ਵਿੱਚ ਇਹ ਵੀ ਡਿਸਾਈਡ ਕੀਤਾ ਕਿ ਪਿੰਡ ਦਾ ਕੋਈ ਵੀ ਪਤਵੰਤਾ ਜਾਂ ਪਿੰਡ ਦਾ ਕੋਈ ਵੀ ਸ਼ਖਸ ਇਹ ਚਿੱਟੇ ਤਸਕਰਾਂ ਦੀ, ਚਿੱਟੇ ਵਾਲਿਆਂ ਦੀ ਹਮਾਇਤ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮਾਨਤ ਦਿੰਦਾ, ਉਹਦਾ ਪੂਰਾ ਪਿੰਡ ਬਾਈਕਾਟ ਕਰੋ। ਪਿਛਲੇ 7-8 ਮਹੀਨਿਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਬਡਲਵਾਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾਇਆ ਗਿਆ ਸੀ। ਕਿਸਾਨਾਂ ਦੀ ਮੰਗ ਸੀ ਕਿ ਦਿੱਲੀ ਐਕਸਪ੍ਰੈਸਵੇ ਦੇ ਲਈ ਐਕਵਾਇਰ ਕੀਤੀ ਜ਼ਮੀਨ ਦਾ ਘੱਟ ਮੁੱਲ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਹੋਰ ਮੰਗਾਂ ਵੀ ਸੀਗੀਆਂ, ਜਿਸ ਨੂੰ ਲੈ ਕੇ ਮੁੱਖ ਰੱਖਿਆ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦਿੱਤਾ ਸੀ। ਪਰ ਅੱਜ ਐਸਡੀਐਮ ਬਟਾਲਾ ਦੇ ਅਗਵਾਈ 'ਚ 400 ਦੇ ਕਰੀਬ ਪੁਲਿਸ ਮੁਲਾਜ਼ਮ ਵੱਲੋਂ ਇਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਫਿਲਹਾਲ ਜਿਹੜਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 7-8 ਮਹੀਨਿਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਬੱਡਲਵਾਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾਇਆ ਗਿਆ ਸੀ। ਕਿਸਾਨਾਂ ਦੀ ਮੰਗ ਸੀ ਕਿ ਦਿੱਲੀ ਐਕਸਪ੍ਰੈਸਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਦਾ ਘੱਟ ਮੁੱਲ ਦਿੱਤਾ ਗਿਆ ਹੈ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੋਰ ਮੰਗਾਂ ਸੀਗੀਆਂ, ਜਿਸ ਨੂੰ ਲੈ ਕੇ ਮੁੱਖ ਰੱਖਦਿਆਂ ਕਿਸਾਨਾਂ ਨੇ ਪ੍ਰਦਰਸ਼ਨ ਨੂੰ ਇਸ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦਿੱਤਾ। ਪਰ ਅੱਜ ਐਸਡੀਐਮ ਬਟਾਲਾ ਦੀ ਅਗਵਾਈ 'ਚ 400 ਦੇ ਕਰੀਬ ਪੁਲਿਸ ਮੁਲਾਜ਼ਮ ਵੱਲੋਂ ਇਸ ਜ਼ਮੀਨ ਤੇ ਕਬਜ਼ਾ ਕਰਨ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਤੱਕ ਪ੍ਰਸ਼ਾਸਨ ਤੇ ਕਿਸਾਨ ਆਮਨੋ ਸਾਹਮਣੇ ਨਜ਼ਰ ਆ ਰਹੇ ਨੇ। ਇਸ ਮੌਕੇ ਤੇ ਮੌਜੂਦ ਐਸਡੀਐਮ ਬਟਾਲਾ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਰੋੜਾਂ ਰੁਪਏ ਵੰਡ ਚੁੱਕੇ ਹਾਂ। ਕੁਝ ਕੁ ਕਿਸਾਨ ਅਜਿਹੇ ਨੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ, ਪਰ ਉਹਨਾਂ ਨੂੰ ਵੀ ਜਿਹੜਾ ਹੈ ਦੂਜੇ ਪਾਸੇ ਜ਼ਮੀਨ ਦਿੱਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਸਾਨੂੰ ਕੋਈ ਪੈਸਾ ਨਹੀਂ ਮਿਲਿਆ, ਜਬਰੀ ਸਾਡੀ ਜ਼ਮੀਨ ਤੇ ਸਰਕਾਰ ਕਬਜ਼ਾ ਕਰ ਰਹੀ ਹੈ। ਅੱਜ ਕਿੰਨੇ ਏਰੀਏ ਤੇ ਕਬਜ਼ਾ ਲੈਣਾ ਹੈ, ਕਿੰਨੀ ਫੋਰਸ ਹੈ ਜੀ? ਇਹ ਜੀ ਪਿੰਡ ਬੱਲੜਵਾਲ ਥਾਣਾ ਘੁਮਾਣ ਦਾ ਏਰੀਆ, ਜਿੱਥੇ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਐਮ ਮੈਡਮ ਬਟਾਲਾ ਦੇ ਉਹ ਇੱਥੇ ਪਹੁੰਚੇ ਨੇ। ਸਾਡੇ ਵੱਲੋਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਤੇ ਇੱਥੇ ਅਸੀਂ ਇਸ ਤਰੀਕੇ ਨਾਲ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਹਾਂ ਕਿ ਸਾਰਾ ਕੁਝ ਜਿਹੜਾ ਪੀਸਫੁਲੀ ਜਿਹੜੀ ਕਾਰਵਾਈ ਮੁਕੰਮਲ ਹੋ ਸਕੇ। ਕਿੰਨੇ ਜ਼ਿਲ੍ਹਿਆਂ ਦੀ ਪੁਲਿਸ ਹੈ ਜਾਂ ਕਿੰਨੀ ਤਾਦਾਦ 'ਚ ਪੁਲਿਸ ਹੈ? ਨਹੀਂ, ਸਾਡੇ ਪੁਲਿਸ ਜ਼ਿਲ੍ਹਾ ਬਟਾਲਾ ਦੀ ਹੀ ਫੋਰਸ ਹੈ, ਤਕਰੀਬਨ 100-150 ਮੁਲਾਜ਼ਮ ਸਾਡੇ ਆਏ ਹੋਏ ਨੇ। ਥੈਂਕ ਯੂ। ਇਹ ਜੀ ਨੈਸ਼ਨਲ ਹਾਈਵੇ ਦਾ ਦਿੱਲੀ ਅੰਮ੍ਰਿਤਸਰ ਕਟਰਾ ਪ੍ਰੋਜੈਕਟ ਚੱਲ ਰਿਹਾ ਹੈ। 19.1 ਕਿਲੋਮੀਟਰ ਜਿਹੜਾ ਹੈਗਾ ਉਹ ਆਪਣੇ ਬਟਾਲਾ ਹਲਕੇ 'ਚ ਆਂਦਾ ਹੈ। ਸ਼੍ਰੀ ਹਰਗੋਬਿੰਦਪੁਰ 'ਚ ਪਿੰਡ ਪੈਂਦੇ ਨੇ ਤੇ 5 ਪਿੰਡ ਕਾਦੀਆਂ 'ਚ ਪੈਂਦੇ ਨੇ। 19.1 ਕਿਲੋਮੀਟਰ ਟੋਟਲ ਲੈਂਥ ਹੋ ਗਈ। 217 ਕਰੋੜ ਸਾਡੀ ਜਿਹੜੀ ਟੋਟਲ ਰਾਸ਼ੀ ਜਿਹੜੀ ਹੈ ਨੈਸ਼ਨਲ ਹਾਈਵੇ ਨੇ ਡਿਸਬਰਸ ਕਰਨੀ ਹੈਗੀ ਹੈ। ਇਹਦੇ ਵਿੱਚੋਂ 100 ਕਰੋੜ ਕਿਸਾਨਾਂ ਨੇ ਆਪ ਚੱਕ ਲਈ ਹੋਈ ਹੈ। ਇਹਨਾਂ ਦੇ ਅਕਾਊਂਟ 'ਚ 100 ਕਰੋੜ ਪੈ ਚੁੱਕਿਆ ਹੈ ਜੀ। ਉਸ ਤੋਂ ਇਲਾਵਾ 13 ਕਿਲੋਮੀਟਰ ਲਈ ਕਿਸਾਨ ਸਾਨੂੰ ਲਿਖ ਕੇ ਦੇ ਚੁੱਕੇ ਹੈ ਕਿ ਆਪਾਂ ਸਾਨੂੰ ਕਬਜ਼ਾ ਦੇਣ ਦਾ ਕੋਈ ਇਤਰਾਜ਼ ਨਹੀਂ ਹੈਗਾ, ਤਾਂ ਉਹਨਾਂ ਨੇ ਮੌਕੇ ਤੇ ਦਿੱਤਾ ਵੀ ਹੈਗਾ। ਜਿਹੜੀ ਇਹਦੀ ਮਾਲਕੀ ਹੈ, ਜਿਹੜੀ ਇਹਦਾ ਇੰਤਕਾਲ ਹੈ, ਉਹ ਨੈਸ਼ਨਲ ਹਾਈਵੇ ਦੇ ਨਾਲ ਚੜ ਚੁੱਕਿਆ ਹੈ। ਪਰ ਅੱਜ ਜਦੋਂ ਆਪਾਂ ਇੱਥੇ ਕੰਮ ਕਰਨ ਆ ਰਹੇ ਹਾਂ, ਨੈਸ਼ਨਲ ਹਾਈਵੇ ਕੰਮ ਕਰਨ ਆ ਰਹੇ, ਆਪਣੀ ਮਸ਼ੀਨਰੀ ਲੈ ਕੇ ਆਇਆ ਤੇ ਕਿਸਾਨ ਯੂਨੀਅਨ ਕੰਮ ਕਰਨ ਨਹੀਂ ਦੇ ਰਹੀ, ਉਹਦੇ 'ਚ ਵਿਗਣ ਪਾ ਰਹੀ ਹੈਗੀ ਹੈ। ਮੇਨ ਕਾਰਨ ਇਹਨਾਂ ਦਾ, ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ, ਰਾਦਰ ਮੈਂ ਪਾਸਟ 6-7 ਮਹੀਨਿਆਂ ਇਹਨਾਂ ਨਾਲ ਗੱਲਬਾਤ ਕਰ ਰਹੀ ਹਾਂ, ਨੈਗੋਸ਼ੀਏਟ ਕਰ ਰਹੀ ਹਾਂ। ਮੇਨ ਮੁੱਦਾ ਇਹਨਾਂ ਦਾ ਹੈਗਾ ਉਹ ਹੈਗਾ ਰੇਟ ਨੂੰ ਲੈ ਕੇ। ਇਹ ਚਾਹੁੰਦੇ ਨੇ ਕਿ ਸਾਡੇ ਰੇਟ ਜਿਹੜੇ ਹੈਗੇ ਵਧਾਏ ਜਾਣ। ਹੁਣ ਇਹਨਾਂ ਨੂੰ ਆਪਾਂ ਬਹੁਤ ਕਲੀਅਰਲੀ ਦੱਸ ਦਿੱਤਾ ਹੈ, ਰਾਹ ਪਾਇਆ ਹੈ, ਰੇਟ ਜਿਹੜੇ ਹੈ ਉਹ ਸਿਰਫ ਆਰਬਿਟਰੇਟਰ ਹੀ ਵਧਾ ਸਕਦੇ ਨੇ। ਆਰਬਿਟਰੇਟਰ ਡਿਵੀਜ਼ਨਲ ਕਮਿਸ਼ਨਰ ਮੈਮ ਹੈ, ਮੈਮ ਨਾਲ ਗੱਲਬਾਤ ਵੀ ਹੋਈ ਹੈ ਕਿ ਮੈਮ ਨੇ ਕਿਹਾ ਹੈ ਕਿ ਮੇਰੇ ਕੋਲ ਕੇਸ ਪਾਣ, ਮੈਂ ਸਿੰਪੈਥੈਟਿਕ ਗਰਾਊਂਡ ਤੇ ਉਹਨੂੰ ਦੇਖਾਂਗੀ, ਜੇ ਹੋਣਗੇ ਪੋਸੀਬਲ ਮੈਮ ਵਧਾ ਵੀ ਦੇਣਗੇ। ਬਟ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਜਿੰਨੀ ਵੀ ਹੈਲਪ ਚਾਹੀਦੀ ਹੈਗੀ ਹੈ, ਕੋਈ ਲੀਗਲ ਏਡ ਚਾਹੀਦੀ ਹੈ, ਕੋਈ ਇਹਨਾਂ ਨੂੰ ਸਹਿਯੋਗ ਚਾਹੀਦਾ ਕਿਸੇ ਵੀ ਤਰੀਕੇ ਨਾਲ, ਕਾਗਜ਼ ਪੱਤਰ ਜੋ ਤਿਆਰ ਕਰਾਣੇ ਹੈ, ਆਪਾਂ ਆਪਣੇ ਦਫ਼ਤਰ ਇੱਕ ਸੈੱਲ ਬਣਾਇਆ ਹੋਇਆ ਹੈ ਜੀ, ਨੈਸ਼ਨਲ ਹਾਈਵੇ ਸੈੱਲ, ਜਿਹੜਾ ਇਹਨਾਂ ਦੀ ਪ੍ਰੋਪਰ ਹੈਲਪ ਕਰੂਗਾ ਕਾਗਜ਼ ਪੱਤਰ ਤਿਆਰ ਕਰਾਉਣ ਲਈ, ਤਾਂ ਕਿ ਕਿਤੇ ਵੀ ਇਹ ਖੱਜਲ ਖਰਾਬ ਨਾ ਹੋਣ। ਸੋ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਇਹੀ ਗੱਲਬਾਤ ਕਰਕੇ ਅਪੀਲ ਕਰਨਾ ਵੀ ਚਾਹੁੰਦੇ ਹਾਂ ਕਿ ਤੁਸੀਂ ਇਸ ਕੰਮ 'ਚ, ਡਿਵੈਲਪਮੈਂਟ 'ਚ ਵਿਘਨ ਨਾ ਪਾਓ। ਪਹਿਲੀ ਗੱਲ ਜੀ, ਮਾਲਕੀ ਤੁਹਾਡੀ ਨਹੀਂ ਹੈਗੀ, ਨੈਸ਼ਨਲ ਹਾਈਵੇ ਦੀ ਮਾਲਕੀ ਹੈ, ਇਹਨੂੰ ਸਖਤ ਰਿਵਿਊ ਨਾਲ ਵੇਖਿਆ ਜਾਏਗਾ ਕਿ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਹੋ। ਗੱਲ ਕੀਤੀ ਜਾਏ ਜੀਰਾ ਦੇ ਵਿੱਚ ਲਗਾਤਾਰ ਸੰਘਰਸ਼ ਜਿਹੜਾ ਹੈ ਉਹ ਤੇਜ਼ ਕੀਤਾ ਜਾ ਰਿਹਾ, ਜਿੱਥੇ ਕਿ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਟਕਰਾਰ ਦੇਖਣ ਨੂੰ ਮਿਲੀ, ਮਾਹੌਲ ਤਣਾਅਪੂਰਨ ਵੀ ਹੋਇਆ। ਦੱਸ ਦਿੰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਆਖਿਰ ਜਿਹੜਾ
ਸਰਕਾਰ ਆਖਿਰ ਕੀ ਜਵਾਬ ਦੇਗੀ, ਕਿਉਂਕਿ ਸਰਕਾਰ ਨੂੰ ਆਦੇਸ਼ ਸੀਗੇ ਕਿ ਧਰਨਾ ਹਟਾਇਆ ਜਾਣਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦਿੰਦੇ ਹੈ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ ਹੈ ਤੇ ਬਾਰ-ਬਾਰ ਸਥਿਤੀ ਤਣਾਅਪੂਰਨ ਰਹੀ। ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ ਇਹ ਕਿਹਾ ਗਿਆ ਕਿ ਕੁਝ ਗੱਡੀਆਂ ਵੀ ਸਾੜੀਆਂ ਗਈਆਂ। ਫਿਲਹਾਲ ਜਿਹੜਾ ਹੈ ਮੌਕੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤੇ ਕੰਟਰੋਲ ਕਰਨ ਦੇ ਵਿੱਚ ਉਹ ਲੱਗੇ ਹੋਏ ਨੇ। ਚੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਅੱਜ ਪ੍ਰਦਰਸ਼ਨਕਾਰੀਆਂ ਦੇ ਵਕੀਲ ਨੂੰ ਕਿਹਾ ਕਿ ਹਾਈ ਕੋਰਟ ਫੈਕਟਰੀ ਤੋਂ ਨਿਕਲਣ ਵਾਲੇ ਐਫਲੂਏਟ ਦੀ ਜਾਂਚ ਦੇ ਲਈ ਇੱਕ ਹੋਰ ਹਾਈ ਕੋਰਟ ਲੈਵਲ ਦੀ ਕਮੇਟੀ ਬਣਾਈ ਜਾਏਗੀ, ਪਰ ਇਸ ਦੇ ਲਈ ਪਹਿਲਾਂ ਉੱਥੋਂ ਚੱਲ ਰਹੇ ਪ੍ਰਦਰਸ਼ਨ ਨੂੰ ਖਤਮ ਕਰਨਾ ਹੋਵੇਗਾ। ਹਾਈ ਕੋਰਟ ਦੇ ਸਵਾਲ ਤੇ ਪ੍ਰਦਰਸ਼ਨਕਾਰੀਆਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਤੋਂ ਗੱਲ ਕਰਾਂਗੇ, ਜਿਸ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਜਾਵੇ। ਹਾਈ ਕੋਰਟ ਨੇ ਇਸ ਦੇ ਲਈ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੰਦੇ ਹੋਏ ਸੁਣਵਾਈ 23 ਦਸੰਬਰ ਤੱਕ ਸਥਗਿਤ ਕਰ ਦਿੱਤੀ ਹੈ। ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਫੈਕਟਰੀ ਦਾ ਗੇਟ ਖੁਲਵਾ ਦਿੱਤਾ ਗਿਆ ਤੇ FIR ਵੀ ਦਰਜ ਕੀਤੀ ਗਈ ਹੈ। ਇਸ ਤੇ ਫੈਕਟਰੀ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਟੈਂਕਰ ਅੰਦਰ ਨਹੀਂ ਜਾਣ ਦਿੱਤੇ ਜਾ ਰਹੇ। ਉੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਬੇहद ਹੀ ਵੱਡਾ ਮੁੱਦਾ ਹੈ ਜਿਹੜਾ ਕਿ ਪਰਿਆਵਰਣ ਦੇ ਨਾਲ ਜੁੜਿਆ ਹੈ। ਇਸ ਫੈਕਟਰੀ ਦੇ ਕਾਰਨ ਇੱਥੇ ਦੇ ਕਈ ਹੋਰ ਪਿੰਡ ਪ੍ਰਭਾਵਿਤ ਹੋ ਰਹੇ ਨੇ, ਜਿਸ ਦੇ ਲਈ ਅੱਗੇ ਜਾਂਚ ਦੀ ਲੋੜ ਹੈ। ਇਸ ਤੇ ਹਾਈ ਕੋਰਟ ਨੇ ਕਿਹਾ ਕਿ ਹਾਈ ਕੋਰਟ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਇੱਕ ਹਾਈ ਕੋਰਟ ਲੈਵਲ ਦੀ ਕਮੇਟੀ ਬਣਾਈ ਜਾਏਗੀ ਅਤੇ ਜਾਂਚ ਦੇ ਆਦੇਸ਼ ਦੇ ਲਈ ਤਿਆਰ ਹੈ, ਪਰ ਇਸ ਦੇ ਲਈ ਪਹਿਲਾਂ ਪ੍ਰਦਰਸ਼ਨ ਨੂੰ ਖਤਮ ਕੀਤਾ ਜਾਵੇ, ਕਿਉਂਕਿ ਜਦ ਤੱਕ ਫੈਕਟਰੀ ਬੰਦ ਰਹੇਗੀ ਤਦ ਤੱਕ ਜਾਂਚ ਕਿਵੇਂ ਹੋ ਸਕਦੀ ਹੈ। ਇਸ ਤੇ ਪ੍ਰਦਰਸ਼ਨਕਾਰੀਆਂ ਦੇ ਵਕੀਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਦੇ ਲਈ ਉਹ ਪਹਿਲਾਂ ਗੱਲ ਕਰਾਂਗੇ। ਇਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਸਮਾਂ ਦਿੰਦੇ ਹੋਏ ਸੁਣਵਾਈ ਹੁਣ 23 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਚੀਰੇ ਦੀ ਸ਼ਰਾਬ ਫੈਕਟਰੀ ਸਿੰਘੂ ਬਾਰਡਰ ਵਰਗਾ ਮਾਹੌਲ ਬੰਦਾ ਅੱਜ ਉਸ ਸਮੇਂ ਦਿਖਾਈ ਦਿੱਤਾ ਜਿਸ ਜਗ੍ਹਾ ਤੇ ਅਸੀਂ ਮੌਜੂਦ ਖੜੇ ਹਾਂ। ਸਭ ਤੋਂ ਪਹਿਲੇ ਇਸੇ ਜਗ੍ਹਾ ਦੇ ਪਿੱਛੇ ਦੀਆਂ ਤਸਵੀਰਾਂ ਦਿਖਾ ਦਿੰਦਾ ਮੈਂ। ਪਹਿਲੇ ਇਸ ਜਗ੍ਹਾ ਤੇ ਪੁਲਿਸ ਦਾ ਨਾਕਾ ਸੀ ਤੇ ਕੈਮਰਾਮੈਨ ਜਿਸ ਸਾਈਡ ਤੇ ਹੈਗਾ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਸੀ। ਗੱਡੀਆਂ ਕਿਸ ਦੀ? ਆਹ ਗੱਡੀ ਸਭ ਤੋਂ ਅੱਗੇ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਇਕਾਈ ਦੀ ਗੱਡੀ, ਜੈਤੋ ਦੀ ਗੱਡੀ ਹੈ। ਗੱਡੀ ਦੇ ਉੱਪਰ ਬਕਾਇਦਾ ਸਟicker ਵੀ ਲੱਗਿਆ ਹੋਇਆ ਸੀ ਤੇ ਉੱਪਰ ਵੀ ਜਿਹੜੇ ਕਿਸਾਨ ਬੈਠੇ ਹੋਏ ਸੀ। ਜਦ ਇਹ ਗੱਡੀ ਇਸ ਜਗ੍ਹਾ ਤੇ ਪਹੁੰਚਦੀ ਹੈ ਤੇ ਕੁਝ ਕਿਸਾਨਾਂ ਨੂੰ ਇਸੇ ਜਿਹੜੇ ਹੈਗੇ ਨਾਕੇ ਤੇ ਰੋਕਿਆ ਜਾਂਦਾ ਹੈ। ਜਦ ਰੋਕਿਆ ਜਾਂਦਾ ਹੈ ਤਾਂ ਪੁਲਿਸ ਜਿਹੜੀ ਹੈਗੀ ਆ ਗਰਮਾ ਗਰਮੀ ਹੁੰਦੀ ਹੈ, ਗੱਡੀ ਨੂੰ ਅੱਗੇ ਲਿਜਾਇਆ ਜਾਂਦਾ ਤੇ ਇਸ ਤੋਂ ਅੱਗੇ ਜਿਹੜਾ ਨਾਕਾ ਹੈਗਾ ਟੀ ਪੁਆਇੰਟ ਤੇ ਜਦੋਂ ਇਹ ਗੱਡੀ ਉੱਥੇ ਪਹੁੰਚਦੀ ਹੈ ਇਸ ਗੱਡੀ ਤੇ ਲਾਠੀ ਚਾਰਜ ਹੁੰਦਾ ਹੈ। ਕਿਸਾਨਾਂ ਤੇ ਪੁਲਿਸ ਦੇ ਵਿੱਚ ਮੁੱਠਭੇੜ ਹੁੰਦੀ ਹੈ। ਕਿਸਾਨਾਂ ਦੇ ਵੀ ਸੱਟਾਂ ਲੱਗਦੀਆਂ, ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗਦੀਆਂ। ਉਹ ਕਿਸਾਨ ਮੌਜੂਦ ਹੈਗੇ ਆ, ਸਿੱਧੂਪੁਰਾ ਯੂਨੀਅਨ ਨਾਲ ਸੰਬੰਧਿਤ ਨੇ। ਭਾਈ ਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਜੀ? ਰਣਜੀਤ ਸਿੰਘ ਹੈਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਸਾਡੀ ਜਥੇਬੰਦੀ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਕਿ ਅੱਜ ਭਾਰੀ ਇਕੱਠ ਦੇ ਵਿੱਚ ਇਹ ਫੈਕਟਰੀ ਦੇ ਵਿੱਚ ਸ਼ਮੂਲੀਅਤ ਕਰਨੀ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅਸੀਂ ਸਾਰੇ ਸਾਹਿਬਾਨ ਕਿਸਾਨ ਆ ਅਸੀਂ ਪਹੁੰਚੇ ਇੱਥੇ। ਇਹ ਜਿਹੜਾ ਰਸਤਾ ਇਹ ਮੇਨ ਰਸਤਾ ਹੈਗਾ ਫੈਕਟਰੀ ਨੂੰ ਜਾਣ ਵਾਸਤੇ। ਇਹ ਰਸਤੇ ਵਿੱਚ ਅਸੀਂ ਜਾਣਾ ਸੀਗਾ। ਇਹ ਰਸਤਾ ਜਿਹੜਾ ਇਹਨਾਂ ਨੇ ਪੁਲਿਸ ਵੱਲੋਂ ਬੰਦ ਕੀਤਾ ਹੋਇਆ ਸੀ, ਪਰ ਸਾਡੀ ਜਥੇਬੰਦੀ ਵੱਲੋਂ ਇਹ ਰਸਤਾ ਚੁਣਿਆ ਗਿਆ। ਇੱਥੇ ਇਸ ਰਸਤੇ ਰਾਹੀਂ ਅਸੀਂ ਜਾਣਾ ਸੀ। ਇਹ ਰਸਤਾ ਖੋਲ੍ਹਿਆ ਅਸੀਂ ਗਏ ਹਾਂ। ਸਾਡੀ ਗੱਡੀ ਅੱਗੇ ਲੱਗੀ ਸੀ, ਉਹਦੀ ਭੰਨ ਤੋੜ ਕਾਫੀ ਤੁਸੀਂ ਦੇਖ ਲਿਆ ਹੈਗਾ ਤੇ ਸਾਡੇ ਕਿਸਾਨਾਂ ਦੇ ਵੀ ਕਾਫੀ ਸੱਟਾਂ ਵੱਜੀਆਂ ਹੈਗੀਆਂ ਤੇ ਅਸੀਂ ਇਸ ਰਸਤੇ ਰਾਹੀਂ ਗਏ ਹਾਂ ਜੀ। ਇਹ ਰਸਤਾ ਤੋੜ ਕੇ ਬੈਰੀਕੇਡ ਤੋੜ ਕੇ ਸਾਡੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਰਸਤਾ ਇਹ ਖੁਲਵਾ ਕੇ ਪਹਿਲਾਂ ਸਭ ਤੋਂ ਇਹ ਰਸਤਾ ਚੁਣਿਆ ਸੀ। ਹੁਣ ਕਿਤੇ ਖੋਲ੍ਹ ਕੇ ਫੈਕਟਰੀ ਤੱਕ ਪਹੁੰਚੇ ਆ। ਉਸ ਤੋਂ ਬਾਅਦ ਦੂਜੀਆਂ ਜਥੇਬੰਦੀਆਂ ਜਾਂ ਆਮ ਪਬਲਿਕ ਜਿਹੜੀ ਵੀ ਰਸਤੇ ਬਿਲਕੁਲ ਤਸਵੀਰਾਂ ਬਿਆਨ ਕਰਦੀਆਂ ਸੀ। ਸਭ ਤੋਂ ਪਹਿਲਾਂ ਜਿਹੜਾ ਹੈਗਾ ਸੀ, ਸਭ ਤੋਂ ਪਹਿਲਾਂ ਨਾਕਾ ਵੀ ਤੁਸੀਂ ਤੋੜਿਆ, ਦੂਜਾ ਵੀ ਤੁਸੀਂ ਤੋੜਿਆ, ਤੀਜਾ ਨਾਕਾ ਵੀ ਤੁਸੀਂ ਤੋੜਦੇ ਹੈਗੇ। ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਅੱਗੇ ਜਾਂਦੀਆਂ ਹੈਗੀਆਂ। ਅੱਜ ਦਾ ਜਿਹੜਾ ਸਿਹਰਾ ਹੈਗਾ ਸਿੱਧੂਪੁਰਾ ਜਥੇਬੰਦੀ ਨੂੰ ਜਾਂਦਾ ਹੈ। ਜੇ ਸਿੰਘੂ ਬਾਰਡਰ ਤੋੜਿਆ ਗਿਆ ਸੀ ਤੇ ਉੱਥੇ ਵੀ ਜਥੇਬੰਦੀਆਂ ਨੇ ਅਲੱਗ-ਅਲੱਗ ਜਥੇਬੰਦੀਆਂ ਅੱਗੇ ਆਈਆਂ ਸੀ। ਦੂਸਰੇ ਪਾਸੇ ਗੱਲ ਕਰਦੇ ਸੱਟਾਂ ਦੀ ਗੱਲ ਆਈ ਹੈਗੀ। ਕੋਈ ਮੁਲਾਜ਼ਮਾਂ ਦੀ ਸੱਟਾਂ ਤੁਹਾਡੇ ਲੱਗੀਆਂ, ਉਹ ਪੁਲਿਸ ਵਾਲੇ ਕਹਿ ਰਹੇ ਸਾਡੇ ਲੱਗੀਆਂ, ਤੁਹਾਡੇ ਲੱਗੀਆਂ ਕੋਈ? ਇਹ ਕਿਸਾਨਾਂ ਦੇ ਤਾਂ ਬਹੁਤ ਜ਼ਿਆਦਾ ਲੱਗੀਆਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੀ। ਕਿਸਾਨਾਂ ਦੇ ਕਾਫੀ ਲੱਗੀਆਂ। ਬਾਕੀ ਹੁਣ ਪਤਾ ਲੱਗੇਗਾ ਹੁਣ ਟਾਈਮ ਪੈ ਕੇ ਸ਼ਾਮ ਤੱਕ ਕੀ ਮਾਹੌਲ ਸੀ। ਬਾਕੀ ਸਾਨੂੰ ਇਹਨਾਂ ਪਤਾ ਹੈ ਕਿਸਾਨਾਂ ਦੇ ਤਾਂ ਕਾਫੀ ਲੱਗੀਆਂ। ਗੱਡੀ ਤੁਸੀਂ ਦੇਖ ਹੀ ਲਈ ਹੈ, ਤੁਹਾਡੇ ਸਾਹਮਣੇ ਆ। ਜੇ ਸਾਡੀ ਗੱਡੀ ਟੁੱਟੀ ਤਾਂ ਸੱਟਾਂ ਵੀ ਕਿਸਾਨਾਂ ਦੀ ਲੱਗੀਆਂ। ਅੱਛਾ, ਪ੍ਰਸ਼ਾਸਨ ਕਹਿੰਦਾ ਜਿਹੜੀਆਂ ਰਿਪੋਰਟਾਂ ਆਈਆਂ ਹੈਗੀਆਂ, ਕਹਿੰਦੇ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆਇਆ। ਕਿਸਾਨ ਹੈ ਮੁੱਦਾ ਬਣਾ ਕੇ ਬੈਠ ਗਏ, ਕੋਈ ਪਾਣੀ ਗੰਦਲਾ ਨਹੀਂ ਹੋ ਰਿਹਾ। ਕੁਝ ਹੈ ਤੁਸੀਂ ਇਸ ਇਲਾਕੇ 'ਚ? ਇਹਦੇ 'ਚ ਇਹ ਆ ਜੀ ਜਿਹੜੀ ਸਰਕਾਰ ਆ ਇਹਨੇ ਜਿਹੜਾ ਸਾਡਾ ਸਹੀ ਪੱਖ ਨਹੀਂ ਰੱਖਿਆ ਹਾਈ ਕੋਰਟ ਦੇ ਵਿੱਚ। ਸਹੀ ਪੱਖ ਨਾ ਰੱਖਣ ਦੇ ਕਾਰਨ ਜਿਹੜੀ ਇਹ ਰਿਪੋਰਟ ਆ ਜਿਹੜਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ, ਕਾਰਪੋਰੇਟ ਘਰਾਣਿਆਂ ਦੇ ਲੀਡਰਾਂ ਦੇ ਹੱਕ ਵਿੱਚ ਆਇਆ। ਜੇ ਸਹੀ ਪੱਖ ਰੱਖਿਆ ਹੁੰਦਾ ਤਾਂ ਇਹ ਨੌਬਤ ਨਹੀਂ ਹੋਣੀ ਸੀ। ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਜਬੂਰੀ ਹੈ, ਕਿਸਾਨਾਂ ਨੂੰ ਬਹਿਣਾ ਪਿਆ ਫੈਕਟਰੀ ਕਿਉਂਕਿ 5 ਮਹੀਨਿਆਂ ਤੋਂ ਧਰਨਾ ਚੱਲ ਰਿਹਾ। ਇਹ ਸਰਕਾਰ ਨੇ ਸੋਚਿਆ ਕਿ ਇਹ ਮੁੱਠੀ ਭਰ ਲੋਕ ਆ, ਇਹਨਾਂ ਦੇ ਮਗਰ ਕੋਈ ਨਹੀਂ ਹੈਗਾ, ਪਰ ਇਹ ਨਹੀਂ ਪਤਾ ਕਿ ਜਿਹੜੇ ਸਾਰੇ ਕਿਸਾਨ ਆ ਇਕਜੁੱਟ ਆ, ਸਾਰੀਆਂ ਜਥੇਬੰਦੀਆਂ ਇਕਜੁੱਟ ਆ। ਜੋ ਕਿ ਇਸ ਕਰਕੇ ਫੈਸਲਾ ਗੈਰ ਰਾਜਨੀਤਿਕ ਜਥੇਬੰਦੀ ਸਾਨੂੰ ਸਿੱਧੂਪੁਰ ਨੂੰ ਸਾਰੀ ਜਥੇਬੰਦੀਆਂ ਹੋਰ ਨੇ ਵੀ ਫੈਸਲਾ ਲਿਆ ਵੀ ਕਿਸਾਨਾਂ ਦੇ ਨਾਲ ਅਸੀਂ ਕੰਮ ਨਹੀਂ ਹੁੰਦਿਆਂਗੇ। ਕਿਉਂਕਿ ਇੱਥੋਂ ਇਸ ਫੈਕਟਰੀ ਦੀ ਦੇਣ ਇਹ ਆ, ਇੱਥੋਂ ਦੇ ਜਿਹੜੇ ਲੋਕਲ ਅਸੀਂ ਲੋਕ ਰਹਿ ਰਹੇ ਆ ਉਹਨਾਂ ਦੇ ਜਾਨਵਰ ਵੀ ਕਾਫੀ ਮਰ ਚੁੱਕੇ ਆ। ਘਰਾਂ ਦੇ ਵਿੱਚ ਜਿਹੜੇ ਬੀਬੀਆਂ ਬੱਚੇ ਆ ਜਾਂ ਕੋਈ ਕਿਸਾਨ ਭਾਈ ਆ ਉਹਨਾਂ ਦੇ ਕਾਫੀ ਜਿਹੜੇ ਕਿ ਬਿਮਾਰੀ ਦੇ ਸ਼ਿਕਾਰ ਹੋ ਰੱਖੇ ਆ, ਕੈਂਸਰ ਤੱਕ ਹੋ ਰੱਖੇ ਆ। ਪਾਣੀ ਬਹੁਤ ਗੰਦਲਾ।
ਅਗਲੇ ਮਹੀਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਲੇਕਿਨ ਉਸ ਤੋਂ ਪਹਿਲੇ ਮਾਹੌਲ ਖਰਾਬ ਕਰਨ ਦੇ ਲਈ ਸਿੱਖ ਫॉर ਜਸਟਿਸ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਉਹ ਲਿਖੇ ਗਏ। ਦਰਅਸਲ ਸਰਕਾਰੀ ਕਾਲਜ ਦੀ ਦੀਵਾਰਾਂ ਦੇ ਉੱਤੇ ਇਹ ਨਾਰੇ ਲਿਖੇ ਗਏ, ਜਿਸ ਤੋਂ ਬਾਅਦ ਹਰਕਤ ਦੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਨੇ ਉਹ ਨਾਰੇ ਤਾਂ ਮਿਟਾ ਦਿੱਤੇ। ਇਸ ਦੀ ਜ਼ਿੰਮੇਵਾਰੀ ਹੈ ਗੁਰਪਤਵੰਤ ਸਿੰਘ ਪੰਨੂ ਨੇ ਲਿੱਤੀ ਹੈ। ਦੱਸ ਦਈਏ ਕਿ ਉਸਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਇੰਦਰਾ ਗਾਂਧੀ ਨੇ 1984 ਦੇ ਵਿੱਚ ਸਿੱਖਾਂ ਦਾ ਨਰਸੰਹਾਰ ਕੀਤਾ ਸੀ, ਉਸ ਤਰੀਕੇ ਦੇ ਨਾਲ ਉਹ ਰਾਹੁਲ ਗਾਂਧੀ ਨੂੰ ਵੀ ਮਾਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਮੈਸੇਜ ਦਿੱਤਾ ਹੈ ਕਿ ਸਿੱਖਾਂ ਨੂੰ ਹਥਿਆਰ ਚੁੱਕ ਲੈਣੇ ਚਾਹੀਦੇ ਹੈ ਕਿਉਂਕਿ ਉਹ ਸੁਰੱਖਿਅਤ ਨਹੀਂ ਹੈ, ਉਸ ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਨੂੰ ਦੇਖਦੇ ਹੋਏ ਇਹ ਮਾਮਲਾ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੈ ਤੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਪੁਖਤਾ ਪ੍ਰਬੰਧ ਜ਼ਰੂਰ ਕਰੇਗਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਖਾਲਿਸਤਾਨ ਦੇ ਸਮਰਥਨ ਵਿੱਚ ਦੀਵਾਰਾਂ ਤੇ ਨਾਰੇ ਲਿਖੇ ਗਏ ਨੇ। ਇਹ ਨਾਰੇ ਇਸ ਵਾਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਰਕਾਰੀ ਕਾਲਜ ਦੀ ਦੀਵਾਰਾਂ ਤੇ ਲਿਖੇ ਗਏ ਨੇ, ਜਿਸ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ। ਉੱਥੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵਿਰੋਧ ਕਰਨ ਦੀ ਵੀ ਗੱਲ ਕੀਤੀ ਗਈ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਗਵਰਨਮੈਂਟ ਕਾਲਜ ਦੀ ਦੀਵਾਰਾਂ ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਰਾਤ ਦੇ ਸਮੇਂ ਨਾਰੇ ਲਿਖੇ ਗਏ ਨੇ। ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਵੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਫਿਲਹਾਲ ਉੱਥੇ ਪ੍ਰਸ਼ਾਸਨ ਵੱਲੋਂ ਇਹਨਾਂ ਨਾਰਿਆਂ ਨੂੰ ਦੀਵਾਰਾਂ ਤੋਂ ਹਟਾਇਆ ਗਿਆ। ਉੱਥੇ ਦੂਜੇ ਪਾਸੇ ਸਿੱਖ ਫॉर ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਪੂਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਚੁੱਕੀ ਹੈ। ਪੰਨੂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਅਤਿਆਚਾਰ ਕੀਤੇ ਨੇ, ਸਿੱਖਾਂ ਦਾ ਕਤਲੇਆਮ ਕੀਤਾ ਹੈ। ਅੱਜ ਵੀ ਦਿੱਲੀ ਦੇ ਵਿੱਚ ਮਾਰੇ ਗਏ ਸਿੱਖਾਂ ਦੀ ਵਿਧਵਾਵਾਂ ਦੀ ਗਲੀ ਹੈ। ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਰੋਕਿਆ ਜਾਵੇ। ਪੰਨੂ ਨੇ ਆਪਣੇ ਸੰਦੇਸ਼ ਦੇ ਵਿੱਚ ਇੱਕ ਵਾਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਹਥਿਆਰਾਂ ਦੇ ਬਿਆਨ ਨੂੰ ਯਾਦ ਦਿਲਾਇਆ। ਪੰਨੂ ਨੇ ਕਿਹਾ ਕਿ ਜਥੇਦਾਰ ਵੀ ਮੰਨ ਚੁੱਕੇ ਹਨ ਕਿ ਸਿੱਖ ਸੁਰੱਖਿਅਤ ਨਹੀਂ ਹੈ ਅਤੇ ਉਹਨਾਂ ਨੂੰ ਹਥਿਆਰ ਰੱਖਣੇ ਚਾਹੀਦੇ ਹੈ। ਉੱਤੇ ਹੀ ਪੰਜਾਬੀ ਸਿੰਗਰ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰ ਆਈਟੀ ਦੀ ਰੇਡ ਜਾਰੀ ਹੈ। ਪਿਛਲੇ 24 ਘੰਟੇ ਤੋਂ ਆਈਟੀ ਦੀ ਰੇਡ ਜਾਰੀ ਹੈ। ਕੱਲ ਸਵੇਰ ਤੋਂ ਹੀ ਜਿਹੜਾ ਹੈ ਉੱਥੇ ਰੇਡ ਕੀਤੀ ਗਈ ਸੀ। ਰਣਜੀਤ ਬਾਵਾ ਦੇ ਘਰ ਦੀ ਗੱਲ ਕੀਤੀ ਜਾਏ ਤੇ ਬਟਾਲਾ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈ, ਇਸ ਤੋਂ ਇਲਾਵਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਜੱਦੀ ਘਰ ਹੈ ਉੱਥੇ ਵੀ ਰੇਡ ਕੀਤੀ ਗਈ ਤੇ ਦੂਜੇ ਪਾਸੇ ਮੋਹਾਲੀ ਦੇ ਵਿੱਚ ਵੀ ਰੇਡ ਕੀਤੀ ਗਈ ਤੇ ਇਸ ਤੋਂ ਇਲਾਵਾ ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ ਉੱਤੇ ਵੀ ਰੇਡ ਕੀਤੀ ਗਈ। ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ, ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ, ਨਾ ਕਿਸੇ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ। ਦੂਜੇ ਪਾਸੇ ਕੋਈ ਮੀਡੀਆ ਤੇ ਬਿਆਨਬਾਜ਼ੀ ਵੀ ਦੋਨਾਂ ਸਿੰਗਰਸ ਵੱਲੋਂ ਸਾਹਮਣੇ ਨਹੀਂ ਆਈ ਹੈ। ਫਿਲਹਾਲ ਦੱਸ ਦਈਏ ਕਿ ਆਈਟੀ ਦੀ ਰੇਡ ਲਗਾਤਾਰ ਜਾਰੀ ਹੈ। ਆਈਟੀ ਦੇ ਕਈ ਅਧਿਕਾਰੀਆਂ ਵੱਲੋਂ ਕੁਝ ਜ਼ਰੂਰੀ ਦਸਤਾਵੇਜ਼ ਵੀ ਆਪਣੇ ਸਾਥ ਲੈ ਜਾਏ ਗਏ ਨੇ। ਪੰਜਾਬੀ ਸਿੰਗਰ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮਾਂ ਦੋਨੋਂ ਹੀ ਸਿੰਗਰਸ ਦੇ ਘਰਾਂ ਉੱਤੇ ਇੱਕ साथ ही पहुंची। खास गल यह है कि ये दोनों ही गायक किसान आंदोलन के दौरान काफी सक्रिय सी। मिली जानकारी के मुताबिक सोमवार सवेरे मोहाली के सैक्टर 104 विच कंवर गरेवाल के घर इनकम टैक्स विभाग की टीम पहुंची सी। टीम दे नाल सीआरपीएफ के जवान भी सी। कार्रवाई शुरू होने तो बाद पूरे एरिया नूं सील कर दिता गया है। किसी नूं घर तो बाहर ते अंदर आने की इजाजत नहीं है। इनकम टैक्स विभाग की एक टीम सोमवार तो रंजीत बावा के बटाला स्थित घर, पुश्तैनी घर और चंडीगढ़ स्थित घर ते ऑफिस दे विच कार्रवाई कर रही है। इत्थे भी विभाग वालों दस्तावेज खंगाले जा रहे हैं ते रिकॉर्ड कब्जे दे विच लिते जा रहे हैं। रंजीत बावा के पीए अते दोस्त डिप्टी वोरा के घर ते इनकम टैक्स की टीमां ने दबिश दी। जानकारी के मुताबिक डिप्टी वोरा दी रंजीत बावा के पैसों का सारा रिकॉर्ड रखते हैं, जिसके चलते इनकम टैक्स विभाग ने उन्होंने खिलाफ कार्रवाई शुरू कर रखी है। रेड के दौरान दोनों सिंगर्स का ना तो कोई बयान सामने है ते ना ही दोनों के नाल कोई संपर्क हो पाया है। इस दौरान दोनों के करीबी रिश्तेदार सामने आए, जिन्होंने केंद्र ते सूबा सरकारां ते दोनों सिंगर्स कंवर गरेवाल ते रंजीत बावा नूं बदनाम करन दे आरोप लगाए हैं। हुण तक दे लई नहीं, कल फिर मिलांगे कुछ होर खबरां दे नाल। मैनूं दिओ इजाजत। सत श्री अकाल।